ਡੰਡੌਤ ਬੰਦਨ ਅਨਕ ਬਾਰ। ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਚੌਥਾ। ਹਰ ਪਹਿਲੜੀ ਲਾਭ ਪਰ ਵਿਰਤੀ ਕਰਮ ਦ੍ਰਿੜਾਇਆ। ਬਲ ਰਾਮ ਜੀਓ ਬਾਣੀ ਬ੍ਰਹਮਾ ਵੇਦ। ਧਰਮ ਦ੍ਰਿੜ ਹੋ ਪਾਪ ਤਜਾਇਆ। ਬਲ ਰਾਮ ਜੀਓ ਹਰ ਪਹਿਲੜੀ ਲਾਭ ਪਰ ਵਿਰਤੀ ਕਰਮ ਦ੍ਰਿੜਾਇਆ। ਬਲ ਰਾਮ ਜੀਓ ਬਾਣੀ ਬ੍ਰਹਮਾ ਵੇਦ। ਧਰਮ ਦ੍ਰਿੜ ਹੋ ਪਾਪ ਤਜਾਇਆ। ਬਲ ਰਾਮ ਜੀਓ ਧਰਮ ਦ੍ਰਿੜ ਹੋ ਹਰ ਨਾਮ ਧਿਆਵਹੁ। ਸਿਮਰਿਤ ਨਾਮ ਦ੍ਰਿੜਾਇਆ। ਸਤਿਗੁਰ ਗੁਰ ਪੂਰਾ ਆਰਾਧਹੁ। ਸਭ ਕਿਲ ਵਿਖ ਪਾਪ ਗਵਾਇਆ। ਸਹਿਜ ਆਨੰਦ ਹੋਵਾ ਵਡ ਭਾਗੀ। ਮਨ ਹਰ ਹਰ ਮੀਠਾ ਲਾਇਆ। ਜਨ ਕਹੈ ਨਾਨਕ ਲਾਭ ਪਹਿਲੀ। ਆਰੰਭ ਕਾਜ ਰਚਾਇਆ। ਜਨ ਕਹੈ ਨਾਨਕ ਲਾਭ ਪਹਿਲੀ। ਆਰੰਭ ਕਾਜ ਰਚਾਇਆ। ਹਰ ਪਹਿਲੜੀ ਲਾਭ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗਰੀਬ ਨਿਵਾਜ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਲਾਵਾਂ ਦੀ ਬਾਣੀ ਦਾ ਪਾਠ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 773 ਅੰਗ ਦੇ ਉੱਤੇ ਸੁਸ਼ੋਭਿਤ ਹੈ। ਇਸ ਬਾਣੀ ਦੀ ਕਥਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਆਰੰਭ ਹੋਣ ਜਾ ਰਹੀ ਹੈ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਇਹ ਤੁਰਕੀ ਬਾਣੀ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਗੁਰਸਿੱਖਾਂ ਵੱਲੋਂ ਇਸ ਬਾਣੀ ਨੂੰ ਲਾਵਾਂ ਦਾ ਪਾਠ ਜਾਂ ਲਾਵਾਂ ਨਾਮ ਦੀ ਬਾਣੀ ਕਿਹਾ ਜਾਂਦਾ ਹੈ। ਵੈਸੇ ਇਸ ਬਾਣੀ ਦਾ ਨਾਮ ਜਾਂ ਸਿਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਨਹੀਂ ਆਇਆ ਹੈ। ਸਿਰਲੇਖ ਲਾਵਾਂ ਨਹੀਂ ਹੈ। ਸਿਰਲੇਖ ਆਪ ਜੀ ਦੇਖੋਗੇ ਸੂਹੀ ਮਹੱਲਾ ਚੌਥਾ ਹੈ, ਲਾਵਾਂ ਨਹੀਂ ਹੈ। ਲੇਕਿਨ ਗੁਰੂ ਸਾਹਿਬ ਜੀ ਨੇ ਇੱਕ ਬਖਸ਼ਿਸ਼ ਕੀਤੀ ਹੈ ਕਿ ਜਦੋਂ ਵੀ ਕਿਸੇ ਦੇ ਆਨੰਦ ਕਾਰਜ ਕਰਨੇ ਹਨ, ਭਾਵ ਕਿ ਵਿਵਾਹ ਕਰਨਾ ਹੈ, ਉਸ ਵੇਲੇ ਇਹ ਗੁਰੂ ਸਾਹਿਬ ਜੀ ਨੇ ਮਰਿਆਦਾ ਆਪ ਤੋਰੀ ਹੈ। ਇਹ ਲਾਵਾਂ ਦਾ ਪਾਠ ਪੜ੍ਹ ਕੇ ਹੀ ਸਿੱਖ ਦਾ ਆਨੰਦ ਕਾਰਜ ਹੁੰਦਾ ਹੈ। ਗੁਰੂ ਸਾਹਿਬ ਜੀ ਨੇ ਇਹ ਬਾਣੀ ਦੀਨ ਦੁਨੀਆ ਦੇ ਭਲੇ ਵਾਸਤੇ ਉਚਾਰਨ ਕੀਤੀ ਹੈ, ਤਾਂ ਜੋ ਮਨੁੱਖ ਦਾ ਲੋਕ ਅਤੇ ਪਰਲੋਕ ਸਵਰ ਸਕੇ। ਇਹ ਲੋਕ ਵੀ ਸਵਾਰਦੀ ਹੈ ਅਤੇ ਪਰਲੋਕ ਵੀ ਸਵਾਰਦੀ ਹੈ। ਜਿੱਥੇ ਵਿਵਹਾਰਕ ਕੰਮ ਸਵਰਦੇ ਹਨ, ਉੱਥੇ ਪਰਮਾਰਥ ਨੂੰ ਵੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਸਫਲਿਆਂ ਕੀਤਾ ਹੈ ਇਸ ਬਾਣੀ ਦੇ ਰਾਹੀਂ। ਹਰੇਕ ਧਰਮ ਦੇ ਅੰਦਰ ਸਾਧ ਸੰਗਤ ਜੀ ਗ੍ਰਸਥ ਮਾਰਗ ਵਿੱਚ ਪ੍ਰਵੇਸ਼ ਕਰਨ ਵਾਸਤੇ ਵੱਖਰੋ ਵੱਖਰੀਆਂ ਰਸਮਾਂ ਹਨ, ਰੀਤੀ ਰਿਵਾਜ ਹਨ। ਹਿੰਦੂ ਧਰਮ ਦੇ ਵਿੱਚ ਅੱਗ ਦੇ ਦੁਆਲੇ ਫੇਰੇ ਲਏ ਜਾਂਦੇ ਹਨ, ਜਾਂ ਵੇਦਾਂ ਦੇ ਦੁਆਲੇ, ਬਾਹਮਣ ਦੇ ਦੁਆਲੇ, ਨਹੀਂ ਤਾਂ ਫਿਰ ਅੱਗ ਦੇ ਦੁਆਲੇ ਕੀਤੇ ਜਾਂਦੇ ਹਨ। ਇਹ ਉਹਨਾਂ ਦੀ ਪਰੰਪਰਾ ਹੈ। ਅੱਗ ਦੇ ਦੁਆਲੇ
7 ਫੇਰੇ ਲੈਣੇ, ਇਹ ਉਹਨਾਂ ਦੀ ਮਰਿਆਦਾ ਹੈ। ਇਸੇ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਵੱਖੋ ਵੱਖ ਤਰ੍ਹਾਂ ਹੈ। ਉਹ ਨਿਕਾਹ ਪੜ੍ਹਦੇ ਹਨ, ਕਾਜੀ ਉਹਨਾਂ ਦਾ ਨਿਕਾਹ ਪੜ੍ਹਾਉਂਦਾ ਹੈ। ਹੋਰ ਵੀ ਅਨੇਕਾਂ ਮਤਾਂ ਧਰਮਾਂ ਦੇ ਵਿੱਚ ਆਪੋ ਆਪਣੇ ਰਿਵਾਜ ਹਨ, ਪਰੰਪਰਾਵਾਂ ਹਨ। ਸਿੱਖ ਧਰਮ ਦੇ ਅੰਦਰ ਗੁਰੂ ਸਾਹਿਬ ਜੀ ਨੇ ਇਹ ਬਾਣੀ ਉਚਾਰਨ ਕੀਤੀ ਹੈ, ਲਾਵਾਂ ਦੀ ਬਾਣੀ। ਇਹਨੂੰ ਪੜ੍ਹਨ ਦੇ ਨਾਲ ਗੁਰੂ ਸਾਹਿਬ ਦੇ ਦੁਆਲੇ 4 ਲਾਵਾਂ ਲੈਣੀਆਂ, ਫਿਰ ਆਨੰਦ ਕਾਰਜ ਸੰਪੂਰਨ ਮੰਨਿਆ ਜਾਂਦਾ ਹੈ। ਇਹ ਮਰਿਆਦਾ ਗੁਰੂ ਸਾਹਿਬ ਜੀ ਨੇ ਆਪ ਚਲਾਈ ਹੈ ਅਤੇ ਸਿੱਖਾਂ ਨੂੰ ਬਖਸ਼ੀ ਮਹਾਰਾਜ ਜੀ ਨੇ, ਅਤੇ ਸਾਰੇ ਸੰਗਤਾਂ ਨੂੰ ਇਹ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਹੈ ਵੀ ਇਸ ਮਰਿਆਦਾ ਦੇ ਨਾਲ ਹੀ ਆਨੰਦ ਕਾਰਜ ਕਰਨੇ ਹਨ। ਵੈਸੇ ਵੀ ਕਈ ਸੰਗਤਾਂ ਨੇ ਪੁੱਛਿਆ ਸੀਗਾ ਵੀ ਇਹ ਲਾਵਾਂ ਦੀ ਬਾਣੀ ਸ਼ੁਰੂ ਕਿੱਥੋਂ ਹੋਈ ਹੈ, ਇਹਦੀ ਉਥਾਨਕਾ ਕੀ ਹੈ। ਪਹਿਲੀ ਵਾਰੀ ਜਦੋਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਨੰਦ ਕਾਰਜ ਹੋਏ ਸਨ, ਉਹ ਕਿਵੇਂ ਹੋਏ ਸਨ, ਕੀ ਮਰਿਆਦਾ ਸੀਗੀ। ਉਸ ਤੋਂ ਇਲਾਵਾ ਹੋਰ ਵੀ ਕਈ ਸਵਾਲ ਸਨ ਜਿਨ੍ਹਾਂ ਦੇ ਜਵਾਬ ਸਾਧ ਸੰਗਤ ਅੱਜ ਦੀ ਇਸ ਕਥਾ ਦੇ ਵਿੱਚ ਆਪ ਜੀ ਸਰਵਣ ਕਰੋਗੇ। ਗੁਰੂ ਸਾਹਿਬ ਨੇ ਇਹ ਬਾਣੀ ਕਦੋਂ ਉਚਾਰੀ ਹੈ, ਕਿੱਥੇ ਉਚਾਰੀ ਹੈ, ਕਿਉਂ ਉਚਾਰੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਸ ਵੇਲੇ ਮਾਤਾ ਸੁਲੱਖਣੀ ਜੀ ਨੂੰ ਵਿਆਹੁਣ ਲਈ ਬਟਾਲੇ ਸ਼ਹਿਰ ਵਿਖੇ ਗਏ ਸਨ, ਸਾਧ ਸੰਗਤ ਬਰਾਤ ਦੇ ਸਮੇਤ ਬਾਬਾ ਬੁੱਢਾ ਸਾਹਿਬ ਜੀ ਵਿੱਚ ਸ਼ਾਮਲ ਸਨ, ਬਾਬਾ ਲਹਿਣਾ ਜੀ ਜੋ ਗੁਰੂ ਅੰਗਦ ਦੇਵ ਮਹਾਰਾਜ ਬਣੇ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਭਾਈਆ ਜੈ ਰਾਮ ਜੀ, ਬੇਬੇ ਨਾਨਕੀ ਜੀ। ਕਵੀ ਭਾਈ ਸੰਤੋਖ ਸਿੰਘ ਜੀ ਨੇ ਬੜਾ ਸੁੰਦਰ ਚਿੱਤਰ ਇਹ ਪੇਸ਼ ਕੀਤਾ ਹੈ ਸ਼੍ਰੀ ਨਾਨਕ ਪ੍ਰਕਾਸ਼ ਦੇ ਅੰਦਰ। ਹੋਰ ਵੀ ਬਹੁਤ ਸਾਰੇ ਸਾਧੂ ਮਹਾਤਮਾ ਗੁਰੂ ਸਾਹਿਬ ਜੀ ਦੇ ਸੰਗਤੀ ਰੂਪ ਦੇ ਵਿੱਚ ਬਰਾਤ ਦੇ ਵਿੱਚ ਸ਼ਾਮਲ ਸਨ। ਮਹਾਰਾਜ ਜੀ ਗਏ ਵਿਆਹੁਣ ਵਾਸਤੇ ਬਟਾਲੇ ਸ਼ਹਿਰ, ਅਤੇ ਸਾਧ ਸੰਗਤ ਜਦੋਂ ਲਾਵਾਂ ਦਾ ਸਮਾਂ ਹੋਇਆ ਅਤੇ ਗੁਰੂ ਸਾਹਿਬ ਜੀ ਨੂੰ ਉਸ ਵੇਲੇ ਆਖਿਆ ਗਿਆ ਵੀ ਅੱਗ ਬਾਲ ਦਿੱਤੀ ਹੈ, ਅਤੇ ਹਿੰਦੂ ਧਰਮ ਦੇ ਅਨੁਸਾਰ, ਖੱਤਰੀ ਧਰਮ ਦੇ ਅਨੁਸਾਰ ਆਪ ਜੀ ਨੇ ਹੁਣ ਲਾਵਾਂ ਜਿਹੜੀਆਂ ਹਨ ਉਹ ਅੱਗ ਦੇ ਦੁਆਲੇ ਫੇਰੇ ਲੈਣੇ ਹਨ। ਤਾਂ ਮਹਾਰਾਜ ਜੀ ਨੇ ਉਸ ਵੇਲੇ ਮਨ੍ਹਾ ਕਰ ਦਿੱਤਾ ਸੀਗਾ। ਮਹਾਰਾਜ ਆਖਣ ਲੱਗੇ ਅੱਗ ਦੇ ਦੁਆਲੇ ਫੇਰੇ ਨਹੀਂ ਲੈਣੇ। ਤਾਂ ਇਹ ਨਵੀਂ ਗੱਲ ਸੁਣ ਕੇ ਉਸ ਵੇਲੇ ਦੇ ਜਿਹੜੇ ਬ੍ਰਾਹਮਣ ਜਾਂ ਹਿੰਦੂ ਸਨ, ਉਸ ਵੇਲੇ ਦੇ ਬ੍ਰਾਹਮਣ ਜਿਹੜੇ ਮੁਖੀ ਸਨ ਉਸ ਵੇਲੇ, ਕਿਉਂਕਿ ਹਿੰਦੂ ਧਰਮ ਦੇ ਵਿੱਚ ਬ੍ਰਾਹਮਣ ਨੂੰ ਬੜੀ ਉੱਚੀ ਥਾਂ ਦਿੱਤੀ ਗਈ ਹੈ ਅਤੇ ਰਾਜ ਵੀ ਉਦੋਂ ਇਹਨਾਂ ਦਾ ਸੀ। ਜਿਸ ਵੇਲੇ ਇਹਨਾਂ ਨੂੰ ਮਹਾਰਾਜ ਜੀ ਨੂੰ ਆਖਿਆ ਗਿਆ ਵੀ ਤੁਸੀਂ ਫੇਰੇ ਲਾਓ, ਅਤੇ ਮਹਾਰਾਜ ਜੀ ਨੇ ਸਾਫ਼ ਮਨ੍ਹਾ ਕਰ ਦਿੱਤਾ। ਉਸ ਵੇਲੇ ਮਹਾਰਾਜ ਨੇ ਆਖਿਆ ਮੇਰਾ ਗੁਰੂ ਅੱਗ ਨਹੀਂ ਹੈ, ਨਾ ਹੀ ਮੇਰਾ ਗੁਰੂ ਵੇਦ ਹੈ, ਨਾ ਬ੍ਰਾਹਮਣ ਹੈ। ਮੇਰਾ ਗੁਰੂ ਹੈ, ਮੇਰਾ ਇਸ਼ਟ ਹੈ ਅਕਾਲ ਪੁਰਖ ਵਾਹਿਗੁਰੂ। ਅਸੀਂ ਉਹਨੂੰ ਮੰਨਦੇ ਹਾਂ। ਅਤੇ ਸਾਧ ਸੰਗਤ ਜਦੋਂ ਇਹ ਨਵੀਂ ਗੱਲ ਸੁਣੀ ਤਾਂ ਸਾਰਿਆਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਬੜੇ ਹੈਰਾਨ ਹੋਏ ਵੀ ਨਵੀਂ ਗੱਲ ਕੀਤੀ ਹੈ। ਅੱਜ ਤੱਕ ਕਿਸੇ ਨੇ ਇਹ ਗੱਲ ਕਹੀ ਨਹੀਂ, ਕਿਸੇ ਨੇ ਮਨ੍ਹਾ ਨਹੀਂ ਕੀਤਾ, ਇਹ ਕੌਣ ਹੈ। ਪਰ ਉਹਨਾਂ ਨੂੰ ਕੀ ਪਤਾ ਹੈ ਵੀ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਅਕਾਲ ਪੁਰਖ ਆਪ ਧਰਤੀ 'ਤੇ ਆਇਆ ਹੈ, ਉਹ ਕੀ ਜਾਣਨ। ਉਸ ਵੇਲੇ ਸਾਧ ਸੰਗਤ ਬੜਾ ਵਿਰੋਧ ਕੀਤਾ, ਉਹਨਾਂ ਨੇ ਬੜੀਆਂ ਮਾੜੀਆਂ ਚੰਗੀਆਂ ਗੱਲਾਂ ਕਹੀਆਂ। ਇੱਥੋਂ ਤੱਕ ਖੱਤਰੀ ਮੂਲ ਚੰਦ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸਹੁਰਾ ਸਾਹਿਬ, ਉਹਨਾਂ ਨੂੰ ਆਖਿਆ ਤੇਰਾ ਜਵਾਈ ਸਾਡੇ ਆਖੇ ਨਹੀਂ ਲੱਗਦਾ, ਇਹ ਨਵੀਂ ਗੱਲ ਕੱਢ ਮਾਰੀ ਇਹਨੇ। ਅਤੇ ਸਾਧ ਸੰਗਤ ਬੜਾ ਮਨਾਉਣ, ਪਰ ਗੁਰੂ ਸਾਹਿਬ ਕਿੱਥੇ ਮੰਨਣ, ਕਿਸੇ ਦੇ ਅਧੀਨਗੀ ਕਬੂਲ ਥੋੜ੍ਹੇ ਕਰਦੇ ਮਹਾਰਾਜ। ਆਮ ਇਨਸਾਨ ਹੋਵੇ ਉਹਨੂੰ ਮਨਾਇਆ ਜਾ ਸਕਦਾ ਹੈ, ਅਕਾਲ ਪੁਰਖ ਦੇ ਉੱਤੇ ਕਾਹਦਾ ਜ਼ੋਰ। ਗੁਰੂ ਸਾਹਿਬ ਕਿਵੇਂ ਅਧੀਨਗੀ ਕਬੂਲਣ। ਅਤੇ ਉਸ ਵੇਲੇ ਸਾਧ ਸੰਗਤ ਉੱਥੇ ਪੰਡਿਤ ਹਰਦਿਆਲ ਦਾਸ, ਉਹ ਵੀ ਉੱਥੇ ਸ਼ਾਮਲ ਸੀ, ਜਿਹਨੂੰ ਗੁਰੂ ਸਾਹਿਬ ਜੀ ਨੇ ਸੱਚਾ ਜਨੇਊ ਦਾ ਉਪਦੇਸ਼ ਦਿੱਤਾ ਸੀ ਵੀ ਜਨੇਊ ਕਿਵੇਂ ਦਾ ਹੋਣਾ ਚਾਹੀਦਾ ਹੈ। ਇਹ ਉਹੀ ਪੰਡਿਤ ਹਰਦਿਆਲ ਦਾਸ ਹੈ ਜਿਹੜਾ ਗੁਰੂ ਸਾਹਿਬ ਜੀ ਨੂੰ ਜਨੇਊ ਪਾਉਣ ਦੀ ਰਸਮ ਕਰਨਾ ਚਾਹੁੰਦਾ ਸੀਗਾ, ਅਤੇ ਮਹਾਰਾਜ ਜੀ ਨੇ ਇਹਨੂੰ ਸੱਚੇ ਜਨੇਊ ਬਾਰੇ ਦੱਸਿਆ ਅਤੇ ਉਪਦੇਸ਼ ਦਿੱਤਾ ਸੀਗਾ। ਸੋ ਇਹਦੀਆਂ ਅੱਖਾਂ ਖੁੱਲ੍ਹ ਚੁੱਕੀਆਂ ਸਨ, ਮਹਾਰਾਜ ਜੀ ਨੇ ਖੋਲ੍ਹੀਆਂ ਸਨ ਇਹਦੀਆਂ ਅੱਖਾਂ। ਇਹ ਗੁਰੂ ਸਾਹਿਬ ਨੂੰ ਸਮਝਦਾ ਸੀ ਵੀ ਮਹਾਰਾਜ ਆਮ ਇਨਸਾਨ ਨਹੀਂ ਹਨ, ਇਹ ਕੋਈ ਅਵਤਾਰੀ ਪੁਰਸ਼ ਹਨ, ਇਹ ਉਹ ਸਮਝਦਾ ਸੀਗਾ ਇਹ ਗੱਲ ਨੂੰ। ਅਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਮਹਾਰਾਜ ਨੂੰ, ਮਹਾਰਾਜ ਕਿਰਪਾ ਕਰੋ, ਜੇ ਅੱਗ ਦੇ ਦੁਆਲੇ ਫੇਰੇ ਨਾ ਲਏ ਤਾਂ ਫਿਰ ਵਿਆਹ ਕਿਵੇਂ ਹੋਵੇਗਾ।
ਕਿਰਪਾ ਕਰੋ ਸਮਝਾਓ ਕਿ ਇਸ ਰੀਤੀ ਦੇ ਨਾਲ ਆਨੰਦ ਕਾਰਜ ਕਰੋਗੇ ਫਿਰ। ਤਾਂ ਉਸ ਵੇਲੇ ਮਹਾਰਾਜ ਨੇ ਪੰਡਿਤ ਜੀ ਇਹ ਗੱਲ ਸੁਣ ਕੇ ਉਸ ਵੇਲੇ ਸ਼ਬਦ ਉਚਾਰਿਆ ਆਸਾ ਰਾਗ ਦੇ ਵਿੱਚ, ਗੁਰੂ ਦੁਆਰੈ ਹਮਰਾ ਵਿਆਹੋ ਜੇ ਹੋਵਾ, ਜਾਂ ਸਹੋ ਮਿਲਿਆ ਤਾਂ ਜਾਣਿਆ। ਇਹ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ। ਪੰਡਿਤ ਨੇ ਫਿਰ ਬੇਨਤੀ ਕੀਤੀ, ਮਹਾਰਾਜ ਪਰ ਲਾਵਾਂ ਪ੍ਰਕਰਮਾਂ ਤਾਂ ਕਰਨੀਆਂ ਜ਼ਰੂਰੀ ਹਨ, ਉਹ ਕਾਹਦੀਆਂ ਕਰੋਗੇ ਤੁਸੀਂ, ਕਿਹੜੀ ਰਸਮ ਹੋਏਗੀ? ਤੇ ਮਹਾਰਾਜ ਨੇ ਆਖਿਆ, ਅਸੀਂ ਪ੍ਰਕਰਮਾਂ ਜ਼ਰੂਰ ਕਰਾਂਗੇ। ਉਹਦੇ ਤੋਂ ਪਹਿਲਾਂ ਇੱਕ ਕਾਗਜ਼ ਲਿਆਓ, ਇੱਕ ਕਲਮ ਲਿਆਓ, ਇੱਕ ਦਵਾਤ ਦਾ ਪ੍ਰਬੰਧ ਕਰੋ, ਇੱਕ ਰੁਮਾਲ ਤੇ ਇੱਕ ਚੌਂਕੀ ਜਿਹਨੂੰ ਲੱਕੜ ਦੀ ਫੱਟੀ ਜਾਂਦੇ ਨੇ ਮਾਝੇ ਵਿੱਚ, ਉਹ ਲੈ ਕੇ ਆਓ। ਫਿਰ ਦੱਸਾਂਗੇ ਤੁਹਾਨੂੰ ਵੀ ਸਾਰੀਆਂ ਚੀਜ਼ਾਂ ਕਿਉਂ ਮੰਗਾਈਆਂ ਹਨ ਅਤੇ ਕਿਹੜੀ ਰਸਮ ਕਰਨੀ ਹੈ। ਅਤੇ ਸਾਧ ਸੰਗਤ ਉਸ ਵੇਲੇ ਇਹ ਸਾਰੀਆਂ ਚੀਜ਼ਾਂ ਮੰਗਾਈਆਂ ਗਈਆਂ। ਗੁਰੂ ਸਾਹਿਬ ਜੀ ਨੇ ਕਾਗਜ਼ ਦੇ ਉੱਤੇ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਲਿਖਿਆ ਹੈ, ਅਤੇ ਲਿਖ ਕੇ ਉਸ ਚੌਂਕੀ ਦੇ ਉੱਤੇ ਸਜਾ ਕੇ ਰੁਮਾਲਾ ਸਾਹਿਬ ਉੱਤੇ ਦੇ ਦਿੱਤਾ। ਅਤੇ ਫਿਰ ਮਹਾਰਾਜ ਨੇ ਮਾਤਾ ਸੁਲੱਖਣੀ ਨੂੰ ਨਾਲ ਲੈ ਕੇ 4 ਲਾਵਾਂ ਕੀਤੀਆਂ, ਇਤਿਹਾਸ 'ਚ ਲਿਖਿਆ ਹੈ। 4 ਲਾਵਾਂ ਲਈਆਂ ਹਨ ਗੁਰੂ ਸਾਹਿਬ ਨੇ ਸ਼ਬਦ ਦੇ ਦੁਆਲੇ, ਮੂਲ ਮੰਤਰ ਗੁਰਬਾਣੀ ਦੇ ਦੁਆਲੇ। 4 ਲਾਵਾਂ ਲੈਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਮੱਥਾ ਟੇਕਿਆ, ਅਤੇ ਉੱਥੇ ਫਿਰ ਮਹਾਰਾਜ ਨੇ ਸ਼ਬਦ ਪੜ੍ਹਿਆ ਹੈ, ਗੁਰੂ ਦੁਆਰੈ ਹਮਰਾ ਵਿਆਹੋ ਜੇ ਹੋਵਾ, ਜਾਂ ਸਹੋ ਮਿਲਿਆ ਤਾਂ ਜਾਣਿਆ। ਫਿਰ ਗੁਰੂ ਸਾਹਿਬ ਜੀ ਨੇ ਇਸ ਰੀਤੀ ਦੇ ਨਾਲ ਸਾਧ ਸੰਗਤ ਜੀ ਗੁਰਬਾਣੀ ਦੇ ਦੁਆਲੇ ਫੇਰੇ ਲਏ ਹਨ। ਸ਼ਬਦ ਨੂੰ ਪ੍ਰਧਾਨਗੀ ਦਿੱਤੀ ਹੈ, ਸ਼ਬਦ ਨੂੰ ਗੁਰੂ ਦਰਸਾਇਆ ਹੈ, ਅੱਗ ਦੇ ਦੁਆਲੇ ਫੇਰੇ ਨਹੀਂ ਲਏ। ਜਦੋਂ ਇਹ ਸਾਰਾ ਕੁਝ ਹੋਇਆ ਤਾਂ ਉਸ ਵੇਲੇ ਮੱਚ ਗਏ ਬ੍ਰਾਹਮਣ, ਬੜੇ ਪਰੇਸ਼ਾਨ ਹੋਏ, ਮਨ ਵਿੱਚ ਗੁੱਸਾ ਆਇਆ, ਅਤੇ ਕ੍ਰੋਧ ਦੇ ਭਰਿਆਂ ਨੇ ਬੜੀ ਈਰਖਾ ਕੀਤੀ ਵੀ ਇਹ ਕੋਈ ਨਵਾਂ ਪੰਥ ਚਲਾਏਗਾ, ਇਹ ਸਾਡੀ ਰੀਤੀ ਨੂੰ ਨਹੀਂ ਮੰਨਦਾ। ਅਤੇ ਸਾਧ ਸੰਗਤ ਇੰਨੀ ਈਰਖਾ ਵਧੀ, ਜਦੋਂ ਗੁਰੂ ਸਾਹਿਬ ਇਤਿਹਾਸ ਆਉਂਦਾ ਹੈ ਬਟਾਲੇ ਸ਼ਹਿਰ ਦਾ, ਅਤੇ ਬਟਾਲੇ ਸ਼ਹਿਰ ਦੇ ਵਿੱਚ ਇਤਿਹਾਸ ਲਿਖਿਆ ਮਿਲਦਾ ਹੈ। ਗੁਰੂ ਸਾਹਿਬ ਜਿਸ ਵੇਲੇ ਲਾਵਾਂ ਤੋਂ ਬਾਅਦ ਇੱਕ ਮੰਜੀ 'ਤੇ ਬੈਠੇ ਨੇ, ਮਹਾਰਾਜ ਬਿਰਾਜੇ ਹਨ, ਅਤੇ ਪਿੱਛੇ ਕੱਚੀ ਕੰਧ ਹੈ ਜਿਹਦੇ ਲਾਗੇ ਮੰਜੀ ਡੱਠੀ ਹੋਈ ਹੈ, ਉਹਦੇ 'ਤੇ ਮਹਾਰਾਜ ਬਿਰਾਜੇ ਹਨ। ਅਤੇ ਬ੍ਰਾਹਮਣਾਂ ਨੇ ਬੰਦੇ ਭੇਜੇ ਵੀ ਇੱਥੋਂ ਜਿਉਂਦਾ ਨਹੀਂ ਜਾਣਾ ਚਾਹੀਦਾ, ਇਹ ਬੰਦਾ ਖਰਾਬ ਕਰੇਗਾ ਸਾਨੂੰ, ਇਹ ਸਾਡੇ ਧਰਮ ਨੂੰ ਠੇਸ ਪਹੁੰਚਾ ਸਕਦਾ ਹੈ। ਉਹ ਇੱਦਾਂ ਦੀ ਬਿਰਤੀ ਨਾਲ ਸੋਚਦੇ ਨੇ ਵੀ ਜਿਹੜੇ ਕਰਮ ਕਾਂਡ ਅਸੀਂ ਕਰਦੇ ਹਾਂ, ਇਹ ਕੋਈ ਨਵੀਂ ਗੱਲ ਕਰਨ ਵਾਸਤੇ ਆਇਆ ਹੈ, ਦੁਨੀਆ ਮਗਰ ਲੱਗੇਗੀ ਇਹਦੇ, ਅਤੇ ਇੱਥੋਂ ਜਾਣਾ ਨਹੀਂ ਚਾਹੀਦਾ, ਇਹਨੂੰ ਇੱਥੇ ਮਾਰ ਮੁਕਾਓ। ਤਾਂ ਬੰਦੇ ਭੇਜੇ ਸਾਧ ਸੰਗਤ ਮਗਰੋਂ ਕੰਧ ਡਿੱਗਣ ਵਾਸਤੇ। ਉਸ ਕੰਧ ਦੇ ਕੋਲ ਮਹਾਰਾਜ ਜੀ ਮੰਜੀ ਉੱਤੇ ਬਿਰਾਜਮਾਨ ਹਨ। ਇੱਕ ਮਾਈ ਦਾ ਜ਼ਿਕਰ ਆਇਆ ਹੈ, ਮਾਈ ਨੂੰ ਸਮਝ ਆ ਗਈ ਵੀ ਇਹਨਾਂ ਬ੍ਰਾਹਮਣਾਂ ਨੇ ਈਰਖਾਵਸ ਹੋ ਕੇ ਕੋਈ ਨੁਕਸਾਨ ਕਰਨਾ ਚਾਹੁੰਦੇ ਹਨ, ਕੰਧ ਡਿੱਗਣੀ ਚਾਹੁੰਦੇ ਨੇ ਮਹਾਰਾਜ ਦੇ ਉੱਤੇ। ਅਤੇ ਕੋਲ ਆਣ ਕੇ ਕਹਿਣ ਲੱਗੀ, ਪੁੱਤਰ ਤੇਰੇ ਉੱਤੇ ਕੰਧ ਡਿੱਗਣ ਲੱਗੇ ਨੇ, ਤੂੰ ਪਾਸੇ ਹੋ ਜਾ, ਤੇਰੇ 'ਤੇ ਕੰਧ ਡਿੱਗ ਪਵੇਗੀ। ਮਹਾਰਾਜ ਨੇ ਮਾਤਾ ਦੀ ਗੱਲ ਸੁਣ ਕੇ ਮੁਸਕਰਾਏ, ਅਤੇ ਮਹਾਰਾਜ ਨੇ ਉਸ ਵੇਲੇ ਆਖਿਆ, ਮਾਈ ਇਹ ਕੰਧ ਸਦੀਆਂ ਤੱਕ ਨਹੀਂ ਡਿੱਗੇਗੀ, ਰਹਿੰਦੀ ਦੁਨੀਆ ਤੱਕ ਇਹ ਕੰਧ ਰਹੇਗੀ ਅਤੇ ਸਾਡੇ ਵਿਆਹ ਦੀ ਨਿਸ਼ਾਨੀ ਹੋਏਗੀ। ਇਹ ਬਚਨ ਮਹਾਰਾਜ ਨੇ ਕਹੇ ਸਨ। ਅਤੇ ਸਾਧ ਸੰਗਤ ਅੱਜ ਵੀ ਬਟਾਲੇ ਆਣ ਕੇ ਵੇਖੋ, ਇਹ ਕੰਧ ਕੱਚੀ ਉਸੇ ਤਰ੍ਹਾਂ ਹੀ ਖੜ੍ਹੀ ਹੈ। ਦੱਸਿਆ ਜਾਂਦਾ ਕੰਧ ਬਹੁਤ ਜ਼ਿਆਦਾ ਉੱਚੀ ਅਤੇ ਮਿੱਟੀ ਨਾਲ ਕਾਫੀ ਲੰਬੀ ਹੋਈ ਸੀਗੀ। ਹੌਲੀ ਹੌਲੀ ਸੰਗਤਾਂ ਨੇ ਭਾਵਨਾ ਦੇ ਸਹਿਤ ਥੋੜ੍ਹੀ ਥੋੜ੍ਹੀ ਮਿੱਟੀ ਲਾਉਣੀ ਸ਼ੁਰੂ ਕਰ ਦਿੱਤੀ, ਘਰਾਂ ਨੂੰ ਲੈ ਜਾਣ ਲੱਗ ਪਈ ਸੰਗਤ। ਫਿਰ ਜਦੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਹੈ, ਉਸ ਵੇਲੇ ਇਹ ਕੰਧ ਨੂੰ ਵੀ ਸ਼ੀਸ਼ੇ ਵਿੱਚ ਕਵਰ ਕਰ ਦਿੱਤਾ ਗਿਆ ਹੈ, ਮੜ੍ਹ ਦਿੱਤਾ ਗਿਆ ਹੈ। ਹੁਣ ਸੰਗਤਾਂ ਦੂਰੋਂ ਹੀ ਦਰਸ਼ਨ ਕਰਦੀਆਂ ਹਨ। ਸੋ ਇਹ ਮਹਾਰਾਜ ਦਾ ਇਤਿਹਾਸ ਹੈ ਸਾਧ ਸੰਗਤ, ਵੀ ਗੁਰੂ ਸਾਹਿਬ ਨੇ ਸਨਾਤਨ ਧਰਮ ਨੂੰ ਜਾਂ ਹਿੰਦੂ ਧਰਮ ਦੇ ਰੀਤੀ ਰਿਵਾਜ ਨਹੀਂ ਮੰਨੇ, ਇੱਕ ਵੱਖਰਾ ਪੰਥ ਅਤੇ ਵੱਖਰੀ ਮਰਿਆਦਾ ਸਿੱਖਾਂ ਨੂੰ ਬਖਸ਼ੀ ਹੈ। ਆਪ ਵੀ ਗੁਰੂ ਸਾਹਿਬ ਨੇ ਜੋ ਸਿਧਾਂਤ ਬਖਸ਼ਿਆ ਹੈ, ਉਹਦੇ 'ਤੇ ਆਪ ਵੀ ਚੱਲੇ ਹਨ ਮਹਾਰਾਜ, ਅਤੇ ਸਿੱਖਾਂ ਨੂੰ ਵੀ ਚੱਲਣ ਦਾ ਹੁਕਮ ਕੀਤਾ ਹੈ। ਇਸੇ ਤਰ੍ਹਾਂ ਸਾਧ ਸੰਗਤ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਕੀਤਾ, ਉਸ ਵੇਲੇ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਮਹਾਰਾਜ ਜੀ ਨੇ ਆਨੰਦ ਸਾਹਿਬ ਦਾ ਪਾਠ ਉਚਾਰਿਆ ਹੈ, ਬਾਣੀ ਉਚਾਰੀ ਹੈ, ਅਤੇ ਸ੍ਰੀ ਆਨੰਦ ਸਾਹਿਬ ਦਾ ਪਾਠ ਕਰਕੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਅਤੇ ਬੀਬੀ ਭਾਨੀ ਜੀ ਨੂੰ ਆਪਣੇ ਦੁਆਲੇ 4 ਪਰਿਕਰਮਾ ਕਰਵਾਈਆਂ ਹਨ ਗੁਰੂ ਸਾਹਿਬ ਜੀ ਨੇ। ਇਹ ਮਰਿਆਦਾ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਆਨੰਦ ਸਾਹਿਬ ਪੜ੍ਹਨ ਦੀ ਹੋਈ ਹੈ। ਉਸ ਤੋਂ ਬਾਅਦ
ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਦੋਂ ਗੁਰਤਾ ਗੱਦੀ 'ਤੇ ਬਿਰਾਜਮਾਨ ਹੁੰਦੇ ਹਨ। ਇੱਕ ਦਿਨ ਦੀ ਗੱਲ ਹੈ, ਸਾਧ ਸੰਗਤ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ, ਉਦੋਂ ਤਾਂ ਇਹ ਇਮਾਰਤ ਭਾਵੇਂ ਨਹੀਂ ਸੀ ਬਣੀ ਸ੍ਰੀ ਹਰਿਮੰਦਰ ਸਾਹਿਬ, ਉਸ ਵੇਲੇ ਮਹਾਰਾਜ ਆਪਣਾ ਦਰਬਾਰ ਜੋ ਸੀ ਉਹ ਦੁੱਖ ਭੰਜਨੀ ਬੇਰੀ ਸਾਹਿਬ ਥੱਲੇ ਸਜਾਇਆ ਕਰਦੇ ਸਨ। ਹੇਠਾਂ ਉੱਥੇ ਦੀਵਾਨ ਸਜਿਆ ਕਰਨੇ, ਉੱਥੇ ਸੰਗਤ ਆਇਆ ਕਰਨੀ, ਲੋਕ ਅਤੇ ਪਰਲੋਕ ਦੇ ਸੁੱਖ ਲੈਣ ਵਾਸਤੇ ਮਹਾਰਾਜ ਦਰਸ਼ਨ ਕਰਨ ਆਇਆ ਕਰਨਾ। ਇੱਥੇ ਕੀਰਤਨ ਕਥਾ ਦੇ ਪ੍ਰਵਾਹ ਚੱਲਿਆ ਕਰਨੇ, ਕਿਉਂਕਿ ਗੁਰੂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬਾਕੀ ਜਿਹੜੀ ਸੇਵਾ ਹੈ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਰਵਾਈ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਇੱਕ ਦਿਨ ਇਸੇ ਤਰ੍ਹਾਂ ਹੀ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ, ਗੁਰਤਾ ਗੱਦੀ 'ਤੇ ਬਿਰਾਜਮਾਨ ਹਨ, ਤਖਤਾਂ 'ਤੇ ਬਿਰਾਜੇ ਹੋਏ ਹਨ, ਅਤੇ ਇੱਕ ਗਰੀਬ ਸਿੱਖ ਰੋਂਦਾ ਹੋਇਆ ਆਇਆ ਅਤੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਅਤੇ ਸਿਰ ਨਾ ਚੁੱਕੇ ਤਾਂ ਰੋਣਾ ਸ਼ੁਰੂ ਕਰ ਦਿੱਤਾ। ਗੁਰੂ ਸਾਹਿਬ ਜੀ ਨੇ ਮੋਢਿਆਂ ਤੋਂ ਫੜ ਕੇ ਉਠਾਇਆ, ਕਹਿਣ ਲੱਗੇ, ਭਾਈ ਰੋਣਾ ਕਿਉਂ ਹੈ, ਕੀ ਗੱਲ ਹੈ? ਅਤੇ ਮਹਾਰਾਜ ਦੇ ਅੱਗੇ ਕੰਬਦੇ ਹੋਏ ਹੱਥਾਂ ਨਾਲ ਬੇਨਤੀ ਕੀਤੀ, ਮਹਾਰਾਜ ਮੈਂ ਬੜਾ ਦੁਖੀ ਹਾਂ। ਮਹਾਰਾਜ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਦਾ ਘਰ ਦੁਖੀਆਂ ਦੇ ਦੁੱਖ ਦੂਰ ਕਰਨ ਵਾਸਤੇ ਹੈ, ਗੱਲ ਕੀ ਹੈ, ਦੱਸ ਬੋਲ ਕੇ। ਤਾਂ ਉਸ ਵੇਲੇ ਉਹ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਮੇਰੀ ਇੱਕ ਬੇਟੀ ਹੈ, ਲੜਕੀ ਹੈ, ਕੁਝ ਦਿਨ ਪਹਿਲਾਂ ਮੈਂ ਉਹਦਾ ਰਿਸ਼ਤਾ ਤੈਅ ਕੀਤਾ ਸੀਗਾ ਅਤੇ ਅੱਜ ਬਰਾਤ ਵਾਲਾ ਦਿਨ ਹੈ। ਰਿਸ਼ਤਾ ਜਦੋਂ ਤੈਅ ਹੋਇਆ ਹੈ ਅਤੇ ਨਾਲ ਹੀ ਮੈਂ ਪੰਡਿਤ ਦੇ ਨਾਲ ਇਹ ਸਾਰੀ ਗੱਲ ਮਿਥੀ ਸੀ ਵੀ ਵਿਆਹ ਦਾ ਜਿਹੜਾ ਕਾਰਜ ਸੀ, ਸਾਧ ਸੰਗਤ ਉਦੋਂ ਬ੍ਰਾਹਮਣ ਕਰਾਇਆ ਕਰਦੇ ਸਨ, ਜਿਵੇਂ ਹੁਣ ਸਾਡੇ ਗ੍ਰੰਥੀ ਸਿੰਘ ਕਰਾਉਂਦੇ ਨੇ। ਇਹ ਹਿੰਦੂ ਧਰਮ ਦੇ ਜਿਹੜੇ ਰੀਤੀ ਰਿਵਾਜ ਹਨ ਇਹ ਬ੍ਰਾਹਮਣ ਹੀ ਕਰਦਾ ਹੈ, ਪੰਡਿਤ ਕਰਦਾ ਹੈ। ਅਤੇ ਉਸ ਵੇਲੇ ਉਹ ਸਿੱਖ ਨੇ ਬੇਨਤੀ ਕੀਤੀ, ਮਹਾਰਾਜ 50 ਰੁਪਈਏ ਮਿਥੇ ਨੇ ਉਹ ਪੰਡਿਤ ਦੇ ਨਾਲ ਇਹ ਸਾਰਾ ਵਿਆਹ ਕਰਾਉਣ ਵਾਸਤੇ। ਸਾਰੀ ਤਿਆਰੀ ਹੋ ਗਈ, ਸਾਰਾ ਕੁਝ ਤਿਆਰੀਆਂ ਕਰ ਲਿੱਤੀਆਂ ਗਈਆਂ ਹਨ। ਅੱਜ ਬਰਾਤ ਢੁਕੀ ਹੈ ਅਤੇ ਪੰਡਿਤ ਨੇ ਜਦੋਂ ਬਰਾਤ ਵੇਖੀ ਹੈ, ਬਰਾਤ ਦੇ ਵਧੀਆ ਕੱਪੜੇ ਵੇਖੇ ਨੇ, ਰਾਮ ਲਸ਼ਕਰ ਵੇਖਿਆ ਹੈ ਸਾਰਾ, ਇਹਦਾ ਮਨ ਬੇਈਮਾਨ ਹੋ ਗਿਆ ਹੈ। ਇਹ ਹੁਣ ਮੇਰੇ ਕੋਲੋਂ 50 ਰੁਪਈਏ ਦੀ ਥਾਂ 'ਤੇ 100 ਰੁਪਈਆ ਮੰਗਦਾ ਹੈ ਅਤੇ ਮੈਨੂੰ ਇਹ ਗੱਲ ਆਉਂਦਾ ਹੈ ਵੀ ਮੈਂ ਵਿਆਹ ਤਾਂ ਕਰਾਵਾਂ ਤੇਰੀ ਬੇਟੀ ਦਾ, ਲੜਕੀ ਤੇਰੀ ਦਾ ਵਿਆਹ ਤਾਂ ਕਰਾਵਾਂਗਾ ਜੇ 100 ਰੁਪਈਆ ਦੇਂਗਾ। ਅਤੇ ਕਹਿਣ ਲੱਗਾ, ਮਹਾਰਾਜ ਮੈਂ ਗਰੀਬ ਬੰਦਾ ਹਾਂ, 50 ਰੁਪਈਏ ਦਾ ਖਰਚਾ ਮੇਰਾ ਉਹਨਾਂ ਵਿਆਹ 'ਤੇ ਨਹੀਂ ਆਇਆ ਜਿੰਨੇ ਇਹ ਮੰਗਦਾ ਹੈ ਲਾਵਾਂ ਕਰਾਉਣ ਦਾ, ਵਿਆਹ ਕਰਾਉਣ ਵਾਸਤੇ। ਅਤੇ ਹੁਣ ਇੱਥੇ ਅੜੀ ਕੀਤੀ ਹੈ, 100 ਰੁਪਈਆ ਮੰਗਦਾ ਮੇਰੇ ਕੋਲ ਅਤੇ 51 ਰੁਪਈਏ ਵੀ ਨਹੀਂ ਦੇਣ ਵਾਸਤੇ। ਮਹਾਰਾਜ ਕੀ ਕਰਾਂ, ਕੋਈ ਰਸਤਾ ਨਹੀਂ ਲੱਭਦਾ। ਜੰਝ ਆਣ ਕੇ ਚੜ੍ਹੀ ਹੈ, ਬਰਾਤ ਆਣ ਕੇ ਢੁਕੀ ਪਈ ਹੈ ਅਤੇ ਕੁਝ ਸਮੇਂ ਬਾਅਦ ਲਾਵਾਂ ਹੋਣੀਆਂ ਹਨ। ਕਿਰਪਾ ਕਰੋ ਮਹਾਰਾਜ, ਮੈਨੂੰ ਕੋਈ ਰਸਤਾ ਦੱਸੋ। ਉੱਥੇ ਬੈਠੇ ਸਨ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਜੇਠਾ ਵਰਗੇ ਹੋਰ ਗੁਰੂ ਕੇ ਸਿੱਖ, ਭਾਈ ਗੁਰਦਾਸ ਜੀ ਵਰਗੇ ਅਤੇ ਹੋਰ ਗੁਰੂ ਕੀ ਸੰਗਤ ਬੈਠੀ ਹੈ, ਨਾਮ ਦੇ ਰਸੀਏ ਬੈਠੇ ਹਨ, ਲੋਕ ਪਰਲੋਕ ਦੇ ਸੁੱਖ ਲੈਣ ਵਾਸਤੇ। ਅਤੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਸਾਡੀ ਬੇਨਤੀ ਪ੍ਰਵਾਨ ਕਰੋ, ਕਿਰਪਾ ਕਰੋ ਮਹਾਰਾਜ, ਇਹਨਾਂ ਪੰਡਤਾਂ ਤੋਂ ਖਲਾਸੀ ਕਰਵਾ ਦਿਓ। ਜਿਸ ਤਰ੍ਹਾਂ ਪਹਿਲਾਂ ਆਪ ਜੀ ਨੇ ਕਈ ਰੀਤੀ ਰਿਵਾਜ ਗੁਰਮਤਿ ਦੇ ਅਨੁਸਾਰ ਕਰਵਾਏ ਹਨ, ਮਹਾਰਾਜ ਕਿਰਪਾ ਕਰੋ ਇਸ ਬੱਚੀ ਦਾ ਵੀ ਆਨੰਦ ਗੁਰਮਤਿ ਅਨੁਸਾਰ ਹੋਵੇ ਅਤੇ ਇਹਨਾਂ ਪੰਡਤਾਂ ਤੋਂ ਜੋ ਲੁੱਟ ਰਹੇ ਹਨ ਆਮ ਸਿੱਖਾਂ ਨੂੰ, ਇਹਨਾਂ ਤੋਂ ਛਡਾਓ ਮਹਾਰਾਜ ਖਹਿੜਾ ਸਾਰਿਆਂ ਦਾ। ਤਾਂ ਉਸ ਵੇਲੇ ਮਹਾਰਾਜ ਨੇ ਬੇਨਤੀ ਪ੍ਰਵਾਨ ਕੀਤੀ ਅਤੇ ਉਸ ਗਰੀਬ ਸਿੱਖ ਨੂੰ ਆਖਿਆ, ਜਾ ਲੈ ਕੇ ਆ, ਨਾਲ ਬਰਾਤ ਵੀ ਲੈ ਆਇਆ ਅਤੇ ਲੜਕੀ ਨੂੰ ਇੱਥੇ ਲੈ ਕੇ ਆਓ। ਅਤੇ ਸਾਧ ਸੰਗਤ ਜਦੋਂ ਘਰ ਜਾ ਕੇ ਉਹਨੇ ਸਲਾਹ ਕੀਤੀ, ਮੁੰਡੇ ਵਾਲਿਆਂ ਨੂੰ ਵੀ ਆਖਿਆ, ਬਰਾਤ ਵਾਲਿਆਂ ਨੂੰ, ਵੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਜਾ ਕੇ ਲਾਵਾਂ ਪੜ੍ਹਨੀਆਂ ਹਨ, ਉੱਥੇ ਵਿਆਹ ਹੋਵੇਗਾ, ਮੈਂ ਤਾਂ ਉਹਨਾਂ ਨੂੰ ਮੰਨਦਾ। ਅਤੇ ਸਾਰੇ ਜਣੇ ਚੱਲ ਕੇ ਸਮੇਤ ਬਰਾਤ, ਲੜਕੀ ਪਰਿਵਾਰ, ਲੜਕਾ ਪਰਿਵਾਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੋਏ। ਉਸ ਵਕਤ ਮਹਾਰਾਜ ਦੁੱਖ ਭੰਜਨੀ ਬੇਰੀ ਹੇਠਾਂ ਬਿਰਾਜੇ ਹੋਏ ਸਨ, ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਮਹਾਰਾਜ। ਜਦੋਂ ਸਾਧ ਸੰਗਤ ਇਹ ਸਾਰਾ ਕੁਝ ਹੋ ਰਿਹਾ ਸੀ, ਉਸ ਵਕਤ ਇੱਕ ਗੁਰੂ ਕਾ ਸਿੱਖ ਨਾਮ ਰਸੀਆ ਬੜੀ ਦੂਰ ਤੋਂ ਚੱਲ ਕੇ ਗੁਰੂ ਰਾਮਦਾਸ ਮਹਾਰਾਜ ਦੇ ਕੋਲੋਂ ਆਤਮਾ ਅਤੇ ਪਰਮਾਤਮਾ ਦੇ ਮਿਲਣ ਦੇ ਵਾਸਤੇ ਉਪਦੇਸ਼ ਲੈਣ ਵਾਸਤੇ ਆਇਆ ਸੀ। ਤਾਂ ਗੁਰੂ ਸਾਹਿਬ ਨੇ ਉਸ ਵੇਲੇ ਭਜਨ ਕੀਤੇ, ਭਾਈ ਤੁਹਾਡਾ ਦੋਵਾਂ ਦਾ ਹੀ ਕਾਜ ਇਕੱਠੇ ਕਰ ਦਿੰਦੇ ਹਾਂ।
ਇੱਕ ਤੁਹਾਡਾ ਵਿਆਹ ਹੋ ਜਾਏਗਾ ਅਤੇ ਇਹਦੀ ਆਤਮਾ ਪ੍ਰਮਾਤਮਾ ਨਾਲ ਵਿਆਹੀ ਜਾਵੇਗੀ, ਇਹਦਾ ਵੀ ਉਪਦੇਸ਼ ਦਿੰਦੇ ਹਾਂ। ਅਤੇ ਫਿਰ ਮਹਾਰਾਜ ਸਾਧ ਸੰਗਤ ਭਾਈ ਜਿਹੜਾ ਲਾਵਾਂ ਦਾ ਪਾਠ ਹੈ, ਇਹ ਲਾਵਾਂ ਦੀ ਬਾਣੀ ਹੈ, ਇਹ ਗੁਰੂ ਸਾਹਿਬ ਨੇ ਉੱਥੇ ਉਚਾਰਨ ਕੀਤੀ ਹੈ ਜਦੋਂ ਗਰੀਬ ਸਿੱਖ ਦੀ ਲੜਕੀ ਦਾ ਆਨੰਦ ਕਾਰਜ ਉਸ ਪੰਡਿਤ ਨੇ ਕਰਨ ਤੋਂ ਮਨ੍ਹਾ ਕਰ ਦਿੱਤਾ ਸੀਗਾ। ਫਿਰ ਮਹਾਰਾਜ ਨੇ ਕਿਰਪਾ ਕੀਤੀ, ਇਹ ਲਾਵਾਂ ਦੀ ਬਾਣੀ ਦਾ ਜੋ ਪਾਠ ਹੈ ਇਹ ਉਚਾਰਿਆ ਅਤੇ ਹੁਕਮ ਕੀਤਾ, ਭਾਈ ਲਾਵਾਂ ਦੀ ਬਾਣੀ ਦਾ ਪਾਠ ਹੋਣਾ ਹੈ, ਕੀਰਤਨ ਹੋਣਾ ਹੈ, 4 ਲਾਵਾਂ ਤੁਸੀਂ ਸਾਡੇ ਦੁਆਲੇ ਕਰਨੀਆਂ ਹਨ। ਅਤੇ ਮਹਾਰਾਜ ਨੇ ਆਪਣੇ ਦੁਆਲੇ 4 ਲਾਵਾਂ ਕਰਵਾ ਕੇ ਉਸ ਸਿੱਖ ਦੀ ਬੱਚੀ ਦਾ ਆਨੰਦ ਕਾਰਜ ਕੀਤਾ ਅਤੇ ਸਾਰੇ ਸਿੱਖਾਂ ਨੂੰ ਇਹ ਹਦਾਇਤ ਦਿੱਤੀ ਵੀ ਅੱਜ ਤੋਂ ਬਾਅਦ ਕਿਸੇ ਨੇ ਵੀ ਬ੍ਰਾਹਮਣ ਦੇ ਕੋਲ ਤਰਲੇ ਨਹੀਂ ਮਾਰਨੇ, ਪੰਡਤ ਦੇ ਕੋਲ ਨਹੀਂ ਜਾਣਾ, 4 ਲਾਵਾਂ ਪੜ੍ਹ ਲਿਆ ਕਰੋ ਅਤੇ ਗੁਰੂ ਦੇ ਦੁਆਲੇ ਫੇਰੇ ਲੈ ਲਿਆ ਕਰੋ, 4 ਪਰਿਕਰਮਾ ਕਰ ਲਿਆ ਕਰੋ, ਤੁਹਾਡੇ ਆਨੰਦ ਕਾਰਜ ਹੋ ਜਾਇਆ ਕਰਨਗੇ। ਸੋ ਸਾਧ ਸੰਗਤ ਇਹ ਇਤਿਹਾਸ ਹੈ ਲਾਵਾਂ ਦੀ ਬਾਣੀ ਦੇ ਪਾਠ ਦਾ। ਉਸ ਦਿਨ ਤੋਂ ਸਾਧ ਸੰਗਤ ਫਿਰ ਇਹ ਮਰਿਆਦਾ ਤੁਰੀ ਆਉਂਦੀ ਹੈ। ਗੁਰੂ ਸਾਹਿਬ ਜੀ ਨੇ ਅਤੇ ਗੁਰੂ ਕੇ ਸਿੱਖ ਵੀ ਇਸੇ ਮਰਿਆਦਾ ਦੇ ਅਨੁਸਾਰ ਹੀ ਆਨੰਦ ਕਾਰਜ ਕਰਦੇ ਰਹੇ। ਅਤੇ ਇਹ ਬਾਣੀ ਦੀ ਮਹਾਨਤਾ ਕੀ ਹੈ? ਜਿੱਥੇ ਅਸੀਂ ਇਸ ਬਾਣੀ ਦੇ ਨਾਲ ਆਨੰਦ ਕਾਰਜ ਕਰਦੇ ਹਾਂ, ਇਹ ਬਾਣੀ ਲੋਕ ਅਤੇ ਪਰਲੋਕ ਦੇ ਸੁੱਖ ਵੀ ਬਖਸ਼ਦੀ ਹੈ। ਇੱਕ ਵਾਰ ਦੀ ਗੱਲ ਹੈ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਆਨੰਦਪੁਰ ਸਾਹਿਬ ਦੀ ਗੱਲ ਹੈ ਇਹ, ਮਹਾਰਾਜ ਤਖਤ 'ਤੇ ਬਿਰਾਜੇ ਹੋਏ ਹਨ। ਕੁਝ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਬੜੀ ਵਾਰੀ ਸੁਣਿਆ ਹੈ ਕਿ ਗੁਪਤ ਰੂਹਾਂ ਹੁੰਦੀਆਂ ਹਨ, ਬਾਣੀ 'ਚ ਵੀ ਲਿਖਿਆ ਹੈ, ਮਹਾਰਾਜ ਕਿਰਪਾ ਕਰੋ, ਦੱਸੋ ਕਿੰਨੀਆਂ ਕੁ ਹਨ, ਦਰਸ਼ਨ ਕਰਾਓ ਹਾਂ ਇਹਨਾਂ ਦੇ ਜਰਾ, ਕਿੰਨੀਆਂ ਕੁ ਹਨ ਇਹ। ਅਤੇ ਮਹਾਰਾਜ ਮੁਸਕਰਾਏ ਅਤੇ ਮਹਾਰਾਜ ਨੇ ਉਸ ਵੇਲੇ ਬਚਨ ਕਹੇ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣ ਹਾਰਾ। ਅਤੇ ਨਾਲ ਮਹਾਰਾਜ ਨੇ ਇੱਕ ਪੰਕਤੀ ਹੋਰ ਉਚਾਰੀ, ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ। ਇੰਨੇ ਬਚਨ ਕਹਿਣ ਦੀ ਦੇਰ ਸੀ, ਸਾਧ ਸੰਗਤ ਜਿੱਥੋਂ ਤੱਕ ਨਿਗਾਹ ਪੈਂਦੀ ਹੈ, ਦੂਰ ਦੂਰ ਤੱਕ ਆਨੰਦਪੁਰ ਸਾਹਿਬ ਦੇ ਜਿੰਨੇ ਰਸਤੇ ਹਨ ਭਰੇ ਹੀ ਪਏ ਹਨ, ਗੁਪਤ ਰੂਹਾਂ ਦੇ ਨਾਲ ਦਿਸਣ ਲੱਗ ਪਈਆਂ। ਅਤੇ ਰਾਹ ਭਰੇ ਪਏ ਨੇ, ਜਿੱਧਰ ਨਿਗਾਹ ਵੱਜਦੀ ਹੈ ਸਿੱਖ ਵਹਿੰਦੇ ਜਾਂ ਦੂਰ ਦੂਰ ਤੱਕ ਰੂਹਾਂ ਹੀ ਰੂਹਾਂ ਦਿਖਦੀਆਂ ਨੇ। ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਇਹ ਤਾਂ ਬਹੁਤ ਜ਼ਿਆਦਾ ਹਨ। ਅਤੇ ਉਸ ਵੇਲੇ ਮਹਾਰਾਜ ਨੇ ਫਿਰ ਇਹਨਾਂ ਨੂੰ ਪੁੱਛਿਆ, ਰੂਹਾਂ ਨੂੰ, ਗੁਪਤ ਰੂਹਾਂ ਨੂੰ, ਭਾਈ ਕਿੰਨੇ ਜੇ ਤੁਸੀਂ, ਕਿੰਨੀ ਗਿਣਤੀ ਹੈ ਤੁਹਾਡੀ? ਤਾਂ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਅਸੀਂ ਪਹਿਲਾਂ ਬਹੁਤ ਸਾਂ, ਹੁਣ ਸਾਡੀ ਗਿਣਤੀ ਘੱਟ ਹੋ ਗਈ, ਅਸੀਂ ਘਟ ਗਏ ਅੱਗੇ ਨਾਲੋਂ ਕਾਫੀ। ਅਤੇ ਮਹਾਰਾਜ ਨੇ ਆਖਿਆ, ਕੀ ਗੱਲ ਬਣੀ, ਕੀ ਗੱਲ ਹੋਈ, ਤੁਸੀਂ ਘਟ ਕਿਉਂ ਗਏ? ਕਹਿਣ ਲੱਗੇ, ਮਹਾਰਾਜ ਜਿਸ ਦਿਨ ਤੋਂ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਲਾਵਾਂ ਦੀ ਬਾਣੀ ਉਚਾਰੀ ਹੈ, ਉਸ ਦਿਨ ਤੋਂ ਸਾਡੀ ਗਿਣਤੀ ਘੱਟ ਹੋ ਗਈ ਹੈ। ਮਹਾਰਾਜ ਜਿਸ ਵੀ ਪੁਰਸ਼ ਅਤੇ ਇਸਤਰੀ ਦੇ ਆਨੰਦ ਕਾਰਜ ਦੇ ਉੱਤੇ, ਵਿਆਹ ਦੇ ਉੱਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ ਇਹ 4 ਲਾਵਾਂ ਪੜ੍ਹੀਆਂ ਜਾਂਦੀਆਂ ਹਨ। ਅਤੇ ਗੁਰੂ ਸਾਹਿਬ ਦੇ ਦੁਆਲੇ ਜਦੋਂ 4 ਪਰਿਕਰਮਾ ਕਰਦੇ ਹਨ ਸ਼ਰਧਾ ਦੇ ਨਾਲ, 4 ਲਾਵਾਂ ਪੜ੍ਹ ਕੇ ਬਾਣੀ ਪਾਠ, ਅਤੇ ਮਹਾਰਾਜ ਉਹ ਜਿਹੜੇ ਜੋੜੀ ਹੈ, ਉਹ ਭਾਵੇਂ ਬੇਮੁਖ ਹੋ ਕੇ ਮਰੇ, ਭਾਵੇਂ ਕੁਛ ਵੀ ਕਰਕੇ ਮਰੇ, ਉਹ ਫਿਰ ਸਾਡੇ ਵਿੱਚ ਨਹੀਂ ਰਲਦੇ, ਭੂਤ ਨਹੀਂ ਬਣਦੇ। ਇਸ ਕਰਕੇ ਉਸ ਦਿਨ ਤੋਂ ਸਾਡੀ ਗਿਣਤੀ ਮਹਾਰਾਜ ਘਟ ਗਈ ਹੈ, ਨਹੀਂ ਤਾਂ ਸਾਡੇ ਵਿੱਚ ਰਲ ਜਾਇਆ ਕਰਦੇ ਸਨ। ਜਦੋਂ ਵੀ ਕਿਸੇ ਦੀ ਇਹ ਲਾਵਾਂ ਜਾਂ ਪਾਠ ਹੋਣਾ, ਪਹਿਲਾਂ ਦੀ ਗੱਲ ਦੱਸਦੇ ਨੇ ਵੀ ਜਦੋਂ ਇਹ ਫੇਰੇ ਹੋਣੇ ਕਰਨੇ, ਅਸੀਂ ਸਰੀਰ ਦਾ ਕੋਈ ਨਾ ਕੋਈ ਉਹਨਾਂ ਦਾ ਕੇਸ, ਰੋਮ ਜਿਹੜਾ ਅਸੀਂ ਪੁੱਟ ਲੈਂਦੇ ਸਾਂ, ਅਤੇ ਮਰਨ ਤੋਂ ਬਾਅਦ ਫਿਰ ਉਹ ਸਾਡੇ ਵਿੱਚ ਰਲ ਜਾਇਆ ਕਰਦੇ ਸਨ। ਅਤੇ ਮਹਾਰਾਜ ਨੇ ਜਦੋਂ ਦੀਆਂ ਬਾਣੀ ਇਹ ਉਚਾਰ ਦਿੱਤੀ ਹੈ, ਲਾਵਾਂ ਉਚਾਰ ਦਿੱਤੀਆਂ ਹਨ, ਇਹ ਪਾਠ ਉਚਾਰਨ ਦੇ ਨਾਲ ਜਦੋਂ ਵੀ ਕਿਸੇ ਦਾ ਆਨੰਦ ਕਾਰਜ ਹੁੰਦਾ, ਇਸ ਬਾਣੀ ਦੇ ਪੜ੍ਹਨ ਦੇ ਨਾਲ, ਮਹਾਰਾਜ ਉਹ ਫਿਰ ਸਾਡੇ ਵਿੱਚ ਨਹੀਂ ਜੇ ਰਲਦਾ। ਇਸ ਕਰਕੇ ਅਸੀਂ ਘਟ ਗਏ ਹਾਂ। ਅਤੇ ਸਿੱਖਾਂ ਨੇ ਮੂੰਹ 'ਚੋਂ ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕਰ ਦਿੱਤਾ। ਉਸ ਵੇਲੇ ਇਹ ਗੱਲ ਸੁਣ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਾਂ ਨੂੰ ਕਿਹਾ, ਸਿੱਖੋ, ਅਤੇ ਅੱਜ ਤੋਂ ਇਹ ਗੱਲ ਪੱਲੇ ਬੰਨ੍ਹ ਲਓ, ਇਹ ਬਾਣੀ ਨੂੰ ਕੰਠ ਕਰ ਲਓ, ਇਹ ਬਾਣੀ ਤੁਹਾਨੂੰ ਜ਼ੁਬਾਨੀ ਕੰਠ ਹੋਣੀ ਚਾਹੀਦੀ ਹੈ, ਅਤੇ 5 ਬਾਣੀਆਂ ਦੇ ਨਾਲ ਨਿਤਨੇਮ ਦੇ ਵਿੱਚ ਜ਼ਰੂਰ ਕਰਿਆ ਕਰੋ। ਇਹ ਮਹਾਰਾਜ ਨੇ ਉਸ ਵੇਲੇ ਸਾਧ ਸੰਗਤ ਜੀ ਮਰਿਆਦਾ ਬਖਸ਼ੀ। ਅਤੇ ਜਿਹੜੀ ਮਰਿਆਦਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ਼ੁਰੂ ਕੀਤੀ ਸੀ, ਆਰੰਭ ਕੀਤੀ ਸੀ, ਵੀ ਸਿੱਖ ਦਾ ਜਦੋਂ ਵੀ ਆਨੰਦ ਕਾਰਜ ਹੋਣਾ ਹੈ, ਅੱਗ ਦੇ ਦੁਆਲੇ ਨਹੀਂ ਹੋਣਾ, ਨਾ ਕਿਸੇ ਪਖੰਡੀ ਬਾਬੇ ਦੇ ਦੁਆਲੇ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਿਵਾਲੇ ਸਤਿਗੁਰੂ ਸਾਹਿਬ ਜਦੋਂ ਤੱਕ ਸਰੀਰ ਕਰਕੇ ਰਹੇ ਮਹਾਰਾਜ ਦੇ ਦਿਵਾਲੇ ਫੇਰੇ ਕਰਦੇ ਰਹੇ। ਜਦੋਂ ਹੁਣ ਬਾਅਦ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਖਸ਼ ਦਿੱਤੀ, ਉਸ ਵੇਲੇ ਮਹਾਰਾਜ ਨੇ ਫਿਰ ਇਹ ਸਿੱਖਾਂ ਨੂੰ ਹੁਕਮ ਕੀਤਾ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਿਵਾਲੇ 4 ਲਾਵਾਂ ਪੜ੍ਹਨੀਆਂ, ਫੇਰੇ ਲੈਣੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਿਵਾਲੇ 4 ਪਰਿਕਰਮਾ ਕਰਨੀਆਂ ਹਨ ਅਤੇ ਲਾਵਾਂ ਦੀ ਬਾਣੀ ਦਾ ਪਾਠ ਕੀਰਤਨ ਕਰਨਾ ਜ਼ਰੂਰੀ ਹੈ। ਅਤੇ ਇਸ ਮਰਿਆਦਾ ਦੇ ਨਾਲ ਸਾਧ ਸੰਗਤ ਜੀ ਹੁਣ ਤੱਕ ਇਹ ਸਿੱਖਾਂ ਦੇ ਜਿਹੜੇ ਕਾਰਜ ਹਨ ਇਹ ਇਸ ਤਰ੍ਹਾਂ ਹੁੰਦੇ ਹਨ। ਬੜੀ ਵਾਰੀ ਬਾਣੀ ਪੜ੍ਹੀ ਹੈ, ਕਈਆਂ ਦੇ ਆਨੰਦ ਕਾਰਜ ਹੋਏ ਹਨ ਇਹ ਲਾਵਾਂ ਬਾਣੀ ਪੜ੍ਹ ਕੇ, ਪਰ ਕਿਸੇ ਨੂੰ ਪਤਾ ਨਹੀਂ ਵੀ ਇਹਦਾ ਇਤਿਹਾਸ ਕੀ ਹੈ। ਸੋ ਇਹ ਜੋ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਹੈ ਸਾਧ ਸੰਗਤ, ਇਹ ਲਾਵਾਂ ਦੀ ਬਾਣੀ ਦੀ ਉਥਾਨਕਾ ਹੈ, ਕਿੱਥੋਂ ਸ਼ੁਰੂ ਹੋਈ, ਕਿਵੇਂ ਪੜ੍ਹਨੀ ਹੈ, ਕਦੋਂ ਪੜ੍ਹਨੀ ਹੈ ਅਤੇ ਇਹਦਾ ਮਹਾਤਮ ਕੀ ਹੈ, ਇਹ ਆਪ ਜੀ ਨੇ ਸਰਵਣ ਕੀਤਾ ਹੈ। ਸੋ ਆਉਣ ਵਾਲੇ ਅਗਲੀ ਕਥਾ ਦੇ ਵਿੱਚ ਸਾਧ ਸੰਗਤ ਦੀ ਆਪ ਜੀ ਲਾਵਾਂ ਦੀ ਬਾਣੀ ਦੇ 4 ਪੌੜੀਆਂ ਹਨ, ਉਹਨਾਂ 4 ਪੌੜੀਆਂ ਦੀ ਕਥਾ ਆਪ ਜੀ ਸਰਵਣ ਕਰੋਗੇ। ਇਸ ਬਾਣੀ ਦੇ ਨਾਲ ਨਾਲ ਜਿੱਥੇ ਅਸੀਂ ਆਪਣੇ ਦੁਨਿਆਵੀ ਕਾਰਜ ਸਫਲ ਕਰਦੇ ਹਾਂ, ਆਨੰਦ ਕਾਰਜ ਹੁੰਦਾ ਹੈ, ਅਸਲ ਦੇ ਵਿੱਚ ਇਹ ਸਾਧ ਸੰਗਤ ਪਰਮਾਰਥ ਦੀਆਂ ਉਪਦੇਸ਼ ਹਨ, ਪਰਮਾਰਥ ਦੀਆਂ ਪੌੜੀਆਂ ਹਨ ਜੋ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀਆਂ ਹਨ। ਇਹਦੇ ਵਿੱਚ ਆਤਮਾ ਅਤੇ ਪਰਮਾਤਮਾ ਨੂੰ ਮਿਲਣ ਦਾ ਉਪਦੇਸ਼ ਹੈ, ਅਧਿਆਤਮਿਕ ਉਪਦੇਸ਼ ਹੈ ਵੀ ਕਿਵੇਂ ਅਸੀਂ ਆਤਮਾ ਨੂੰ ਪਰਮਾਤਮਾ ਤੱਕ ਮਿਲਾ ਸਕਦੇ ਹਾਂ। ਜਿਵੇਂ ਬਾਹਰੀ ਰੂਪ ਦੇ ਵਿੱਚ ਲੜਕੇ ਅਤੇ ਲੜਕੀ ਦਾ ਮਿਲਾਪ ਹੁੰਦਾ ਹੈ, ਇਸੇ ਤਰ੍ਹਾਂ ਹੀ ਅੰਤਰੀਵੀ ਰੂਪ ਦੇ ਵਿੱਚ ਇਹ ਬਾਣੀ ਦੇ ਵਿੱਚ ਦੱਸਿਆ ਹੈ ਵੀ ਕਿਵੇਂ ਆਤਮਾ ਪਰਮਾਤਮਾ ਤੱਕ ਪਹੁੰਚਦੀ ਹੈ, ਕਿਵੇਂ ਮਿਲਾਪ ਹੁੰਦਾ ਹੈ। ਸੋ ਆਉਣ ਵਾਲੀਆਂ ਅਗਲੀ ਕਥਾ ਦੇ ਵਿੱਚ ਆਪ ਜੀ ਇਹ ਸਾਰਾ ਸਰਵਣ ਕਰੋਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗੁਰੂ ਸਾਹਿਬ ਮਾਫ ਕਰਨ, ਭਾਵ ਭਾਵਨੀ ਦੇ ਵਿੱਚ ਪ੍ਰੇਮ ਸਹਿਤ ਵਿਚਾਰ ਕਰਨ ਦਾ ਉਦਮ ਬਖਸ਼ਣ, ਸਮੱਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।